हेलो दोस्तों, 9th क्लास ਦੇ ਵਿੱਚ ਆਪਾਂ ਸੰਭਾਵਨਾ ਬਾਰੇ ਗੱਲ ਕੀਤੀ ਹੋਈ ਹੈ, ਪ੍ਰੋਬੇਬਿਲਿਟੀ ਬਾਰੇ ਗੱਲ ਕੀਤੀ ਹੋਈ ਹੈ। 10th ਕਲਾਸ ਉਸੇ ਲਗਾਤਾਰਤਾ ਦੇ ਵਿੱਚ ਅੱਗੇ ਚੱਲਦੇ ਹੋਏ ਆਪਾਂ ਸੰਭਾਵਨਾ ਤੇ ਥੋੜੀ ਜਿਹੀ ਗੱਲ ਕਰਾਂਗੇ। ਸੰਭਾਵਨਾ ਅਸਲ ਦੇ ਵਿੱਚ ਹੈ ਕੀ? ਮੈਂ ਤੁਹਾਡੇ ਤੋਂ ਕੁਐਸਚਨ ਪੁੱਛਦਾ ਛੋਟਾ ਜਿਹਾ, ਕੀ ਅੱਜ ਮੀਂਹ ਪਵੇਗਾ? ਕੀ ਅੱਜ ਮੀਂਹ ਪਵੇਗਾ? ਮੰਨ ਲਓ ਤੁਹਾਡੀ ਕਲਾਸ 'ਚ 35 ਵਿਦਿਆਰਥੀ ਨੇ, ਕੁੱਲ ਵਿਦਿਆਰਥੀ 35, ਤਾਂ ਤੁਹਾਡਾ ਕੀ ਜਵਾਬ ਆਏਗਾ? ਤੁਸੀਂ ਸੋਚੋਗੇ 35 ਚੋਂ 18 ਕੀ ਕਹਿਣਗੇ? ਨਹੀਂ ਪੈਂਦਾ ਜੀ, ਮੀਂਹ ਨਹੀਂ ਪੈਂਦਾ। ਠੀਕ ਹੈ। 10 ਕੀ ਕਹਿ ਸਕਦੇ ਆ? ਹਾਂ ਜੀ ਮੀਂਹ ਪਊਗਾ। 7 ਨਹੀਂ ਪਤਾ, ਪੈ ਵੀ ਸਕਦਾ, ਨਹੀਂ ਵੀ ਪੈ ਸਕਦਾ, ਵੀ ਮੌਸਮ ਦਾ ਕੀ ਭਰੋਸਾ ਹੈ ਕਦੋਂ ਹੈ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ? ਜਿਹੜੇ ਤਾਂ ਕਹਿੰਦੇ ਮੀਂਹ ਨਹੀਂ ਪੈਂਦਾ, ਕਿਉਂਕਿ ਆਪਾਂ ਕੀ ਕੀਤਾ ਹੈ ਅਸਲ ਦੇ ਵਿੱਚ ਆਪਾਂ ਇੱਕ ਅਨੁਮਾਨ ਲਗਾਇਆ ਮੌਸਮ ਨੂੰ ਦੇਖ ਕੇ। ਕਿਸੇ ਨੇ ਬਾਹਰ ਖਿੜਕੀ ਤੋਂ ਬਾਹਰ ਦੇਖਿਆ ਧੁੱਪ ਹੈਗੀ ਹੈ ਤਾਂ ਮੀਂਹ ਨਹੀਂ ਪੈਂਦਾ। ਕਿਸੇ ਨੇ ਦੇਖਿਆ ਨਾਲ ਠੰਡੀ ਠੰਡੀ ਹਵਾ ਚੱਲ ਰਹੀ ਹੈ, ਮੀਂਹ ਪੈ ਸਕਦਾ ਹੈ। ਕੋਈ ਕਹਿ ਰਿਹਾ ਜੀ ਕੋਈ ਪਤਾ ਨਹੀਂ, ਪਿਛਲੇ 10 ਦਿਨਾਂ ਤੋਂ ਮੌਸਮ ਚੇਂਜ ਹੋ ਰਿਹਾ, ਕਦੇ ਪੈ ਜਾਂਦਾ ਕਦੇ ਨਹੀਂ ਪੈਂਦਾ। ਤਾਂ ਹਰੇਕ ਨੇ ਆਪਦਾ ਇੱਕ ਅਨੁਮਾਨ ਲਗਾਇਆ ਕਿ ਮੀਂਹ ਪੈਣਾ ਜਾਂ ਨਹੀਂ ਪੈਣਾ। ਤਾਂ ਫਿਰ ਇਸ ਕੇਸ ਦੇ ਵਿੱਚ ਕੀ ਹੋਇਆ? ਮੀਂਹ ਨਹੀਂ ਪਵੇਗਾ, ਨਹੀਂ ਪਵੇਗਾ। 35 ਦੇ ਵਿੱਚੋਂ 18 ਨੇ ਇਹ ਗੱਲ ਕਹੀ ਕਿ ਮੀਂਹ ਨਹੀਂ ਪੈਂਦਾ। ਮੀਂਹ ਪਵੇਗਾ 35 ਵਿੱਚੋਂ 10 ਕਹਿੰਦੇ ਮੀਂਹ ਪੈ ਸਕਦਾ ਜੀ, ਹੋ ਸਕਦਾ ਜਾਂ ਨਹੀਂ ਹੋ ਸਕਦਾ, ਹੈ ਨਾ, ਜਾਂ ਨਹੀਂ। 35 ਵਿੱਚੋਂ 7 ਨੇ ਇਹ ਗੱਲ ਕਹੀ। ਤਾਂ ਫਿਰ ਇਸ ਕੇਸ 'ਚ ਆਪਾਂ ਕੀ ਕਰਦੇ ਹਾਂ? ਸੰਭਾਵਨਾ 18/35। 35 ਵਿੱਚੋਂ 18, ਇੱਥੇ ਫਿਰ ਕੀ ਹੋ ਗਿਆ? 10/35, 35 ਵਿੱਚੋਂ 10, ਇੱਥੇ ਕੀ ਹੋ ਗਿਆ? 7/35, 35/7। ਤਾਂ ਇਹ ਆਪਣਾ ਸੀ ਇੱਕ ਛੋਟਾ ਜਿਹਾ ਜੋ ਸੰਭਾਵਨਾ ਦੀ ਮੈਂ ਗੱਲ ਕੀਤੀ ਸੀ ਉਦਾਹਰਨ ਲੈ ਕੇ, ਕਿ ਸੰਭਾਵਨਾ ਅਸਲ ਦੇ ਵਿੱਚ ਕੀ ਹੈ? ਅਨੁਮਾਨ ਹੈ। ਜੋ ਆਪਾਂ ਅਨੁਮਾਨ ਲਾਉਂਦੇ ਹਾਂ, ਜੋ ਆਪਾਂ ਆਈਡੀਆ ਲਗਾਉਂਦੇ ਹਾਂ, ਇੱਕ ਗੈਸ ਲਗਾਉਂਦੇ ਹਾਂ, ਆਪਾਂ ਕਹਿੰਦੇ ਹਾਂ, ਉਹ ਸਾਰੀ ਕੀ ਹੈ? ਸੰਭਾਵਨਾ ਹੈ। ਤੇ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਘਟਨਾ ਦੀ ਸੰਭਾਵਨਾ, ਹੁਣ ਜਦੋਂ ਘਟਨਾ ਸ਼ਬਦ ਆ ਗਿਆ ਤਾਂ ਹਮੇਸ਼ਾ ਆਪਣੇ ਦਿਮਾਗ 'ਚ ਇਹ ਗੱਲ ਚੱਲਦੀ ਹੈ ਕਿ ਯਾਰ ਕੋਈ ਗਲਤ ਸੋਚਦੇ ਆਪਾਂ, ਜਿਵੇਂ ਕੋਈ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਹੈ ਨਾ। ਪਰ ਜਦੋਂ ਆਪਾਂ ਮੈਥ 'ਚ ਘਟਨਾ ਦੀ ਗੱਲ ਕਰਦੇ ਹਾਂ ਤਾਂ ਘਟਨਾ ਦਾ ਅਸਲ ਮਤਲਬ ਕੀ ਹੁੰਦਾ ਹੈ? ਕੋਈ ਕੰਮ ਕਰਨਾ। ਜਿਵੇਂ ਸਿੱਕਾ ਉਛਾਲਿਆ, ਇਹ ਮੈਥ ਦੇ ਵਿੱਚ ਇੱਕ ਘਟਨਾ ਮੰਨੀ ਜਾਂਦੀ ਹੈ। ਇੱਕ ਪਾਸਾ ਸੁੱਟਿਆ, ਲੁੱਡੋ ਵਾਲਾ ਡੀਟਾ ਜਿਹਨੂੰ ਆਪਾਂ ਬੋਲਦੇ ਹਾਂ, ਇਹ ਵੀ ਇੱਕ ਘਟਨਾ ਹੋ ਗਈ। ਤਾਸ਼ ਵਿੱਚੋਂ ਇੱਕ ਪੱਤਾ ਕੱਢਿਆ, ਇਹ ਵੀ ਇੱਕ ਘਟਨਾ ਹੋ ਗਈ। ਤੁਹਾਡੀ ਜਮਾਤ ਵਿੱਚੋਂ ਮੋਨੀਟਰ ਚੁਣਿਆ, ਇਹ ਵੀ ਇੱਕ ਘਟਨਾ ਹੋ ਗਈ। ਤਾਂ ਇਹ ਸਾਰੀਆਂ ਘਟਨਾਵਾਂ ਨੇ, ਜੋ ਕੰਮ ਆਪਾਂ ਕਰ ਰਹੇ ਹਾਂ, ਕੁਝ ਚੁਣ ਰਹੇ ਹਾਂ, ਕੁਝ ਸਿਲੈਕਟ ਕਰ ਰਹੇ ਹਾਂ, ਤਾਂ ਉਸ ਦੇ ਸਾਰਿਆਂ ਨੂੰ ਮੈਥ ਦੇ ਵਿੱਚ ਕੀ ਬੋਲਿਆ ਗਿਆ? ਘਟਨਾ ਬੋਲਿਆ ਗਿਆ। ਤਾਂ ਆਪਣੇ ਕੋਲੇ ਅਣਗਿਣਤ ਕੇਸ ਬਣਦੇ ਆ। ਤੁਹਾਡੇ ਬੈਗ ਦੇ ਵਿੱਚ ਕਾਪੀਆਂ ਨੇ, ਹੈ ਨਾ, ਕਾਪੀਆਂ ਨੇ, ਮੈਥ ਦੀ ਕਾਪੀ ਕੱਢਣਾ, ਉਹ ਵੀ ਕੀ ਹੈ? ਘਟਨਾ ਹੈ। ਤੁਸੀਂ ਬਾਲ ਪੈਨ ਖਰੀਦਣ ਜਾਂਦੇ ਹੋ, ਪੈਨ ਖਰੀਦਣ ਜਾਂਦੇ ਹੋ, ਇੱਕ ਪੈਨ ਪਸੰਦ ਕਰਨਾ, ਉਹ ਵੀ ਕੀ ਹੈ? ਘਟਨਾ ਹੈ। ਤੁਸੀਂ ਪੈਸੇ ਸੇਵ ਕੀਤੇ ਹੋਏ ਨੇ ਘਰੇ ਇੱਕ ਗੁੱਲਕ ਦੇ ਵਿੱਚ ਜਾਂ ਛੋਟੀ ਜਿਹੀ ਥੈਲੀ ਦੇ ਵਿੱਚ, ਉਹਦੇ ਵਿੱਚੋਂ ਇੱਕ ਸਿੱਕਾ ਆਪਦੇ ਖਰਚਣ ਲਈ ਕੱਢਦੇ ਹੋ, ਉਹ ਵੀ ਕੀ ਹੈ? ਘਟਨਾ ਹੈ। ਤਾਂ ਆਪਣੇ ਕੋਲੇ ਅਣਗਿਣਤ ਉਰੇ ਕਿਰਿਆਵਾਂ ਨੇ ਜਿਸ ਨੂੰ ਆਪਾਂ ਬੋਲਦੇ ਹਾਂ ਘਟਨਾ, ਬੋਲਦੇ ਹਾਂ ਕੋਈ ਵੀ ਘਟਨਾ। ਤਾਂ ਕਿਸੇ ਵੀ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ? ਆਪਾਂ 9ਵੀਂ ਕਲਾਸ ਦੀ ਗੱਲ ਕੀਤੀ ਸੀ, ਹੁਣ ਡਿਟੇਲਸ ਕਰ ਰਹੇ ਹਾਂ। ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ?
ਘਟਨਾ ਦੇ ਅਨੁਕੂਲ परिणामां की संख्या या आप कहते गिनती वटे कुल संभावित परिणामां की संख्या। यह होंदी है अपनी संभावना की परिभाषा। मैं उदाहरण लई सी हुणी पिछे, देखो आप 35 विद्यार्थियों की गल की सी, है ना। 35 विचों 18 विद्यार्थी की कह रहे सी मीह नहीं पैंदा। तो यदा मतलब टोटल किन्ने हो गए? 35 बच्चे हो गए। कुल संभावित परिणाम की सी अपने को 35। अनुकूल मीह नहीं पै रहा, उस दी फेवर दे विच, उस पक्ष दे विच किन्ने बच्चे ने, किन्ने केस है, किन्ने परिणाम है? 18। 18 बटे 35। अगली आप गल की सी 35 विचों 10 कहते मीह पवेगा, है ना। तो मीह पैण दे पक्ष दे विच अनुकूल हो गया है, तो इस केस मीह नहीं पै रहा, ये अनुकूल परिणाम हो गया। इत्थे मीह पवेगा, अनुकूल परिणाम हो गया। तो इस पक्ष दे विच मीह पवेगा, उस पक्ष दे विच किन्ने अपने को परिणाम है, किन्नी गिनती है? 10। कुल किन्ने अपने को? 35। तो यदी संभावना की होगी? 10 बटे 35। सेम तीसरा केस आ गया, सेम अपने को तीसरा केस आ गया। हुण मैं एक उदाहरण लै रहा, तुहाडे बैग की उदाहरण लै रहा, स्कूल बैग की। एक स्कूल बैग विच 10वीं क्लास की आप गल करते हैं, 10वीं के स्कूल बैग विच एक गणित की कापी, तीन समाजिक दियां, समाजिक सिक्ख्या दियां, 2 हिंदी दियां ते 3 अंग्रेजी दियां कापियां ने। एक कापी अचानक कढ़ी गई है ना। हुण अपने कोले इत्थे की आ गया? देखो आप 4 तरह दी कापियां की गल की है, गणित की कापी दी, समाजिक की कापी दी, गणित की कापी, समाजिक की कापी, हिंदी की कापी, ते चौथी आपां अंग्रेजी की कापी, है ना। गणित दियां किन्नियां ने? इक्को ही है। समाजिक दियां किन्नियां ने? 3 ने। हिंदी दियां किन्नियां ने? 2 है। इंग्लिश दियां किन्नियां ने? 3 ने। तो यदा मतलब पहला कुल कापियां देखते हैं किन्नियां ने बैग दे विच। कुल कापियां 4, 3 ते 4 ते 6 ते 9 कापियां ने, है ना। तो फिर 9 कापियां दे विचों अगर मैं गणित की कापी कढ़नी है, तो गणित दियां किन्नियां कापियां ने? मेरे को 1 है। तो यदा मतलब अनुकूल परिणाम किन्ने हो गए? 1 कापी होगी। आ हो गए कुल परिणाम, कुल संभावित परिणाम। अगर मैं कहा एक SS की कापी कढ़ो, एक सिंपल क्वेश्चन मैं पूछना भी बच्चों SS की कापी कढ़ो, तो तुसी की क्वेश्चन पूछोगे भी सर तिन्ना दे विचों किहड़ी कापी कढ़ी है? कहोगे कि नहीं कहोगे? तो यदा मतलब फिर की हो गया? ਉਹਦੇ 3 परिणाम होंगे कि ਤਿੰਨਾਂ ਦੇ ਵਿੱਚੋਂ कोई भी एक ਆਪਾਂ ਕੱਢਣੀ ਤੇ ਕਿਹੜੀ ਕੱਢਣੀ ਹੈ ਆਪਾਂ ਨੂੰ नहीं पता। सेम हिंदी के अनुकूल परिणाम किन्ने हो गए? 2। इंग्लिश के अनुकूल परिणाम किन्ने हो गए? 3। ठीक। तो फिर जो संभावना की गल करांगे, अनुकूल परिणामों की गिनती बटे संभावित परिणामों की गिनती। तो फिर गणित की कापी की संभावना किन्नी आनी है? 1 कापी किन्नियां चों? 9 चों। ਇਹਦੀ संभावना किन्नी आनी है? 3 कापियां 9 चों। ਇਹਦੀ संभावना किन्नी आनी है? 2 कापियां ने, कुल 9 है। ਇਹਦੀ संभावना किन्नी आनी है? 3 कापियां ने, 9 है। तो यह है अपना संभावना की परिभाषा अनुकूल परिणामों की अते संभावित परिणामों की गल। ठीक। तो हुण इस तो बाद एक छोटी उदाहरण मैं होर ले रहा इसे क्वेश्चन की नाल कि पंजाबी की कापी कढ़ो।
ਤੁਹਾਡੇ ਕੋਲੇ 9 ਕਾਪੀਆਂ ਨੇ, ਆ ਗਿਣਤੀ ਦੇਤੀ। ਪੰਜਾਬੀ ਦੀਆਂ ਕਿੰਨੀਆਂ ਕਾਪੀਆਂ ਨੇ ਹੁਣ ਬੈਗ ਦੇ ਵਿੱਚ ਇਸ ਦੇ ਹਿਸਾਬ ਨਾਲ? ਕਿੰਨੀਆਂ ਨੇ? 0 0 ਹੈ ਨਾ। ਤਾਂ ਉਹਦੇ ਪਰਿਣਾਮ ਕਿੰਨੇ ਹੋ ਗਏ ਫਿਰ? ਅਨੁਕੂਲ ਪਰਿਣਾਮ ਕਿੰਨੇ ਹੋ ਗਏ? 0 ਹੋ ਗਏ। ਤਾਂ ਫਿਰ ਸੰਭਾਵਨਾ ਕੀ ਹੋ ਗਈ ਉਹਦੀ? 0/9 0। ਇਹ 0 ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆਪਣੇ ਬੈਗ ਦੇ ਵਿੱਚ ਸਿਰਫ ਮੈਥ ਦੀਆਂ, ਸਮਾਜਿਕ ਦੀਆਂ, ਹਿੰਦੀ ਤੇ ਅੰਗਰੇਜ਼ੀ ਦੀਆਂ ਕਾਪੀਆਂ ਨੇ। ਪੰਜਾਬੀ ਦੀ ਕਾਪੀ ਬੈਗ ਦੇ ਵਿੱਚ ਨਹੀਂ ਹੈਗੀ ਤੇ ਇਹ ਅਸੰਭਵ ਘਟਨਾ ਹੋ ਗਈ। ਫਿਰ ਕੀ ਹੋ ਗਈ? ਅਸੰਭਵ ਘਟਨਾ ਹੋ ਗਈ। ਤਾਂ ਫਿਰ ਪਹਿਲਾ ਜੋ ਆਪਣਾ ਇਹਦੀ ਕੰਡੀਸ਼ਨ ਹੋ ਗਈ, ਕਿਸੇ ਵੀ ਅਸੰਭਵ ਘਟਨਾ ਦੀ ਸੰਭਾਵਨਾ 0 ਹੁੰਦੀ ਹੈ। ਇਹ ਹੋ ਗਿਆ ਆਪਣਾ ਪਹਿਲਾ ਕੇਸ, ਇਹਦੀ ਪਹਿਲੀ ਸ਼ਰਤ। ਨੰਬਰ 2, ਤੁਸੀਂ 10ਵੀਂ ਕਲਾਸ ਦੇ ਵਿਦਿਆਰਥੀ ਬੈਠੇ ਹੋ ਕਲਾਸ ਦੇ ਵਿੱਚ, ਠੀਕ। ਮੈਂ ਤੁਹਾਡੇ ਇੱਕ ਪੀਅਨ ਨੂੰ ਤੁਹਾਡੇ ਕਲਾਸ ਭੇਜਦਾ ਕਿ ਇੱਕ ਬੱਚੇ ਨੂੰ ਬੁਲਾਇਆ ਜਾਵੇ, ਪਰ ਸ਼ਰਤ ਇਹ ਹੈ ਉਹ ਬੱਚਾ 10ਵੀਂ ਕਲਾਸ ਦਾ ਹੋਵੇ। ਤਾਂ ਹੁਣ ਜੋ ਤੁਹਾਡੀ ਕਲਾਸ ਦੇ ਵਿੱਚ ਕੋਈ ਬੁਲਾਉਣ ਆਇਆ, ਤਾਂ ਇਹ ਜੋ ਤੁਸੀਂ 10ਵੀਂ ਕਲਾਸ ਦੇ ਬੱਚੇ ਬੈਠੇ ਹੋ, ਤਾਂ 10ਵੀਂ ਕਲਾਸ ਦਾ ਬੱਚਾ ਹੀ ਆਉਣਾ ਨਾ। ਤਾਂ ਇਹਦਾ ਮਤਲਬ ਤੁਹਾਡੇ ਸਾਰਿਆਂ ਦੇ ਵਿੱਚੋਂ ਮੰਨ ਲਓ 35 ਬੈਠੇ ਹੋ, 35 ਦੇ 35 ਕੀ ਹੋ ਗਏ? 10ਵੀਂ ਦੇ ਹੋ ਗਏ। ਤੁਹਾਡੇ 'ਚੋਂ ਕੋਈ ਵੀ ਇੱਕ ਆ ਸਕਦਾ ਹੈ, ਤੇ ਤੁਸੀਂ ਕੀ ਕਹੋਗੇ? ਕਿਹਨੂੰ ਬੁਲਾਇਆ ਨਾ। ਤਾਂ ਇਹਦਾ ਮਤਲਬ 35 'ਚੋਂ ਕੋਈ ਵੀ ਆ ਸਕਦਾ ਹੈ। ਉਹ ਹੁੰਦੀ ਹੈ ਨਿਸ਼ਚਿਤ ਘਟਨਾ। ਤਾਂ ਫਿਰ ਨਿਸ਼ਚਿਤ ਘਟਨਾ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਉਹ 1 ਹੁੰਦੀ ਹੈ, ਠੀਕ। ਨੰਬਰ 3, ਕਿਸੇ ਵੀ ਘਟਨਾ ਦੀ ਸੰਭਾਵਨਾ 0 1 ਤਾਂ ਹੋਗੀ ਅਤੇ 0 ਤੇ 1 ਦੇ ਵਿਚਕਾਰ ਹੁੰਦੀ ਹੈ। ਨਾ ਤਾਂ 0 ਤੋਂ ਛੋਟੀ ਹੁੰਦੀ ਹੈ, ਮਾਈਨਸ ਵਿੱਚ ਹੁੰਦੀ ਹੈ, ਨਾ ਇਹ 1 ਤੋਂ ਵੱਡੀ ਹੁੰਦੀ ਹੈ। ਤਾਂ ਇਹ ਸੀ ਸੰਭਾਵਨਾ ਦੀ ਪਰਿਭਾਸ਼ਾ। ਹੁਣ ਆਪਾਂ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕੁ ਸੈਂਪਲ ਸਪੇਸ, ਇੱਕ ਟਰਮ ਹੈ ਮੈਥ ਦੀ, ਸੰਭਾਵਿਤ ਪਰਿਣਾਮਾਂ ਦੀ ਲਿਸਟ। ਅਸਲ ਦੇ ਵਿੱਚ ਆਪਾਂ ਥੋੜੀ ਜਿਹੀ ਇਸ ਤੇ ਚਰਚਾ ਕਰਾਂਗੇ ਟੌਪਿਕ ਨੂੰ ਸਮਝਣ ਦੇ ਲਈ। ਤੇ ਮੈਂ ਸਟਾਰਟ ਕਰ ਰਿਹਾ ਇੱਕ ਆਪਾਂ ਸਿੱਕੇ ਤੋਂ ਸਟਾਰਟ ਕਰ ਰਹੇ ਹਾਂ। ਇੱਕ ਸਿੱਕੇ ਨੂੰ, ਕੋਇਨ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ ਤਾਂ ਸੰਭਾਵਿਤ ਪਰਿਣਾਮ ਕਿਹੜੇ ਹੁੰਦੇ ਆ? ਹੈਡ ਤੇ ਟੇਲ, ਹੈ ਨਾ। ਹੈਡ ਨੂੰ ਆਪਾਂ ਪੰਜਾਬੀ 'ਚ ਚਿੱਤ ਬੋਲ ਦਿੰਦੇ ਹਾਂ, ਟੇਲ ਨੂੰ ਆਪਾਂ ਪੰਜਾਬੀ 'ਚ ਪੱਟ ਬੋਲ ਦਿੰਦੇ ਹਾਂ, ਠੀਕ। ਪਰ ਕੁਐਸਚਨ ਇਹ ਆ ਗਿਆ, ਜਦੋਂ 2 ਸਿੱਕਿਆਂ ਨੂੰ ਇੱਕ ਉਛਾਲਿਆ ਜਾਂਦਾ ਹੈ, 2 ਸਿੱਕਿਆਂ ਨੂੰ ਉਛਾਲਿਆ ਜਾਂਦਾ ਹੈ ਤਾਂ ਸੰਭਾਵਿਤ ਪਰਿਣਾਮ ਕਿਹੜੇ ਹੋਣਗੇ? ਕਿੰਨੇ ਬਣਨਗੇ? ਆਪਾਂ ਇੱਕ ਉਦਾਹਰਨ ਲੈ ਕੇ ਚੱਲਦੇ ਹਾਂ। ਮੈਂ 2 ਸਿੱਕੇ ਲੈ ਕੇ ਚੱਲ ਰਿਹਾ, ਇੱਕ ਪਿੱਤਲ ਟਾਈਪ 'ਚ ਲੈ ਲਿਆ 10 ਦਾ, ਇੱਕ 2 ਦਾ। ਹੁਣ ਜਿੱਧਰ ਆਪਣੇ ਕੋਲੇ ਨੈਸ਼ਨਲ ਐਂਬਲਮ ਹੈ, ਰਾਸ਼ਟਰੀ ਚਿੰਨ੍ਹ ਹੈ, ਉਹ ਹੈਡ ਹੈ, ਠੀਕ ਹੈ। ਜਿੱਧਰ ਆਪਣੇ ਕੋਲੇ ਸਿੱਕੇ ਦੀ ਕੀਮਤ ਲਿਖੀ ਹੋਈ ਹੈ ਉਹ ਟੇਲ ਹੈ। ਤਾਂ ਜਦੋਂ ਆਪਾਂ ਦੋਨੇ ਉਛਾਲੇ ਤਾਂ ਕੇਸ ਕੀ ਬਣਿਆ? ਇੱਕ ਹੈਡ ਆ ਗਿਆ, ਇੱਧਰ ਹੈਡ, ਇੱਧਰਲੇ ਤੇ ਵੀ ਹੈਡ ਆ ਗਿਆ, ਇੱਧਰਲੇ ਤੇ ਵੀ ਹੈਡ। ਤਾਂ ਪਹਿਲਾ ਕੇਸ ਬਣਿਆ ਆਪਣੇ ਕੋਲੇ ਹੈਡ ਹੈ ਨਾ। ਦੁਬਾਰਾ ਉਛਾਲੇ, ਇੱਧਰ ਹੈਡ ਆ ਗਿਆ, ਇੱਧਰ ਕੀ ਆ ਗਿਆ? ਟੇਲ ਆ ਗਿਆ। ਇੱਧਰਲੇ ਪਾਸੇ ਹੈਡ ਆ ਗਿਆ, ਇੱਧਰ ਟੇਲ ਆ ਗਿਆ। ਹੁਣ ਦੁਬਾਰਾ ਉਛਾਲੇ, ਕੀ ਹੋਇਆ? ਇੱਧਰ ਟੇਲ ਆਇਆ, ਇੱਧਰ ਹੈਡ। ਦੇਖੋ ਦੋਹਾਂ 'ਚ ਆਰਡਰ ਦਾ ਫਰਕ ਪੈ ਗਿਆ। ਇਸ ਕੇਸ ਦੇ ਵਿੱਚ ਕੀ ਸੀ? ਇੱਧਰ ਹੈਡ ਆਇਆ ਸੀ ਤਾਂ ਇੱਧਰ ਟੇਲ ਆਇਆ ਸੀ। ਇਸ ਕੇਸ ਦੇ ਵਿੱਚ ਕੀ ਹੈ? ਇੱਧਰ ਟੇਲ ਆਇਆ, ਇੱਧਰ ਹੈਡ ਆਇਆ, ਹੈ ਨਾ। ਤੇ ਫਿਰ ਤੀਜਾ ਕੇਸ ਕੀ ਬਣਿਆ? ਚੌਥਾ ਕੇਸ, ਸੌਰੀ, ਦੋਹਾਂ ਪਾਸੇ ਕੀ ਆ ਜਾਊਗਾ? ਟੇਲ ਆ ਜਾਊਗਾ।
ਦੋਹਾਂ ਪਾਸੇ ਕੀ ਆਇਆ, ਟੇਲ ਆਇਆ। ਤਾਂ ਅਸਲ ਦੇ ਵਿੱਚ ਫਿਰ ਇੱਥੇ ਆਰਡਰ, ਜੋ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਰਡਰ, ਕਿ ਪਹਿਲੇ ਦੂਜੇ ਨਾਲ ਫਰਕ ਪੈਂਦਾ, ਹੈਡ ਕਿੱਧਰ ਆਉਂਦਾ ਹੈ, ਟੇਲ ਕਿੱਧਰ ਆਉਂਦਾ ਹੈ। ਤਾਂ ਫਿਰ ਇਹਦੇ ਲਈ ਕੀ ਕਰਾਂਗੇ, ਇੱਕ ਮੈਂ ਛੋਟਾ ਜਿਹਾ ਤੁਹਾਨੂੰ ਚਾਰਟ ਬਣਾ ਕੇ ਦਿੰਦਾ ਜਿਹਦੇ ਨਾਲ ਤੁਹਾਨੂੰ ਕੁਐਸਚਨ ਸਮਝ ਆ ਜਾਊਗਾ। ਸਿੱਕਾ ਲੈ ਰਹੇ ਹਾਂ, ਸਿੱਕੇ ਦੇ ਦੋ ਕੇਸ ਹੈ, ਇੱਕ ਹੈਡ ਇੱਕ ਟੇਲ, ਹੈ ਨਾ। ਦੁਬਾਰਾ ਫਿਰ ਉਛਾਲਤਾ ਤਾਂ ਫਿਰ ਹੈਡ 'ਚ ਵੀ ਅੰਦਰ ਦੋ ਕੇਸ ਬਣ ਜਾਣਗੇ, ਟੇਲ ਦੇ ਵੀ ਅੰਦਰ ਦੋ ਕੇਸ ਬਣ ਜਾਣਗੇ। ਦੇਖੋ ਧਿਆਨ ਨਾਲ, ਐਚ 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 ਟੀ, ਟੀ ਐਚ ਟੀ ਟੀ। ਹੁਣ ਅਗਲਾ ਕੁਐਸਚਨ ਕੀ ਹੋ ਗਿਆ, ਅਗਰ ਤਿੰਨ ਸਿੱਕਿਆਂ ਨੂੰ ਉਛਾਲਿਆ ਜਾਂਦਾ ਹੈ, ਤਿੰਨ ਸਿੱਕਿਆਂ ਨੂੰ ਉਛਾਲਿਆ ਜਾਂਦਾ ਹੈ ਤਾਂ ਸੰਭਾਵਿਤ ਪਰਿਣਾਮ ਕਿੰਨੇ ਹੋਣਗੇ। ਇਸੇ ਰਿਦਮ ਨੂੰ ਅੱਗੇ ਚੱਲਦੇ ਹੋਏ ਆਪਾਂ ਦੇਖਦੇ ਹਾਂ। ਹੁਣ ਇੱਥੇ ਚਾਰ ਕੇਸ ਬਣ ਗਏ, ਅੱਗੇ ਹਰੇਕ ਦੇ ਵਿੱਚ ਫੇਰ ਹੈਡ ਟੇਲ ਹੈਡ ਟੇਲ ਹੈਡ ਟੇਲ ਹੈਡ ਟੇਲ ਆ ਜਾਣਾ ਹੈ। ਤਾਂ ਕੇਸ ਦੇਖੋ, ਪਹਿਲਾਂ ਇੱਕ ਐਚ ਨੂੰ ਪਕੜੋ, ਐਚ 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 ਦੇ ਅੰਡਰ ਇੱਕ ਐਚ ਆ ਗਿਆ, ਐਚ ਐਚ ਦੇ ਨਾਲ ਇੱਕ ਟੀ ਆ ਗਿਆ, ਫਿਰ ਐਚ ਟੀ ਆ ਚੁੱਕਿਆ, ਐਚ ਟੀ ਦੇ ਨਾਲ ਇੱਕ ਐਚ ਆ ਗਿਆ, ਐਚ ਟੀ ਦੇ ਨਾਲ ਇੱਕ ਟੀ ਆ ਗਿਆ, ਟੀ ਐਚ ਐਚ ਟੀ ਐਚ ਟੀ, ਟੀ ਟੀ ਐਚ ਟੀ ਟੀ ਟੀ। ਤਾਂ ਟੋਟਲ ਇੱਥੇ 8 ਕੇਸ ਬਣੇ। ਇੱਥੇ ਬੜਾ ਇੱਕ ਇੰਟਰਸਟਿੰਗ ਪੈਟਰਨ ਹੈ ਦੋਸਤੋ, ਇੱਕ ਸਿੱਕੇ ਦੇ ਦੋ ਕੇਸ, ਇਹਨੂੰ ਆਪਾਂ ਲਿਖਦੇ 2 ਦੀ ਘਾਤ 1, ਕਿਉਂਕਿ ਇੱਥੇ ਇੱਕ ਸਿੱਕੇ, ਉਰੇ ਦੋ ਸਿੱਕੇ ਹੋਏ, ਇੱਕ ਦੇ ਦੋ ਨੇ ਤਾਂ 2 ਦੇ ਹੋਏ 2 ਦੀ ਘਾਤ 2, 4। ਇੱਥੇ ਕਿੰਨੇ ਸਿੱਕੇ, 3, 2 ਦੀ ਘਾਤ 3। ਤਾਂ ਫਿਰ ਇਹਦਾ ਮਤਲਬ ਕੁਐਸਚਨ ਦੇਖੋ ਕੀ ਬਣ ਰਿਹਾ ਹੈ, ਅਗਰ 4 ਸਿੱਕੇ ਉਛਾਲੇ ਜਾਣਗੇ ਤਾਂ ਕੇਸ ਕਿੰਨੇ ਬਣਨਗੇ, 2 ਦੀ ਘਾਤ 4, 16। 5 ਕੇਸ ਦੇ 2 ਦੀ ਘਾਤ 5, 6 ਕੇਸ ਦੇ 2 ਦੀ ਘਾਤ 6। ਤਾਂ ਜੇ n ਸਿੱਕੇ ਉਛਾਲੇ ਜਾਣਗੇ, n ਜਿੰਨੀ ਮਰਜ਼ੀ ਗਿਣਤੀ ਹੋ ਸਕਦੀ ਹੈ, ਤਾਂ ਕੇਸ ਕੀ ਬਣੂਗਾ, 2 ਦੀ ਘਾਤ n। ਇੱਕ ਗੱਲ ਹੋਰ, ਇੱਥੇ 2 ਸਿੱਕਿਆਂ ਨੂੰ ਉਛਾਲਿਆ ਜਾਵੇ ਜਾਂ ਇੱਕ ਸਿੱਕੇ ਨੂੰ 2 ਵਾਰ ਉਛਾਲਿਆ ਜਾਵੇ, ਇੱਕੋ ਗੱਲ ਹੈ, ਉਛਾਲਿਆ ਜਾਵੇ, ਇਹ ਦੋਨੋਂ ਸੇਮ ਕੇਸ ਹੈ। ਸੇਮ 3 ਸਿੱਕਿਆਂ ਨੂੰ ਉਛਾਲਿਆ ਜਾਵੇ ਇਕੱਠਾ ਜਾਂ ਇੱਕ ਸਿੱਕੇ ਨੂੰ 3 ਵਾਰ ਉਛਾਲਿਆ ਜਾਵੇ, ਸੇਮ ਕੇਸ ਹੈ। ਤਾਂ ਦੋਸਤੋ ਇਹ ਸੀ ਆਪਣਾ ਸਿੱਕਿਆਂ ਦੇ ਨਾਲ ਸੰਬੰਧਿਤ, ਕਿ ਸਿੱਕਿਆਂ ਦੇ ਸੰਬੰਧਿਤ ਸੈਂਪਲ ਸਪੇਸ ਕਿਵੇਂ ਬਣਨੀ ਹੈ, ਕੁਐਸਚਨਸ ਕਿਵੇਂ ਹੋਣੇ, ਕਿੰਨੇ ਕੇਸ ਬਣਨੇ ਆ ਐਗਜ਼ਾਮ, ਕੰਪੀਟੀਟਿਵ ਐਗਜ਼ਾਮ ਦੇ ਅਕੋਰਡਿੰਗ ਦੇ ਵੀ। ਅਗਲੀ ਆਪਾਂ ਗੱਲ ਕਰਾਂਗੇ ਡਾਈਸ, ਲੂਡੋ ਨਾਲ ਸੰਬੰਧਿਤ। ਤਾਂ 3 ਦਾ ਹੋ ਗਿਆ 2 ਦੀ ਘਾਤ 3। ਅਗਰ 4 ਸਿੱਕੇ ਉਛਾਲਾਂਗੇ ਤਾਂ ਕੇਸ ਬਣਨਗੇ 2 ਦੀ ਘਾਤ 4, 5 ਦੇ 2 ਦੀ ਘਾਤ 5, 6 ਦੇ 2 ਦੀ ਘਾਤ 6, 8 ਦੇ 2 ਦੀ ਘਾਤ 8। ਤਾਂ ਫਿਰ n ਸਿੱਕੇ, ਮਤਲਬ ਜਿੰਨੇ ਮਰਜ਼ੀ ਸਿੱਕੇ ਹੋਣ ਤਾਂ ਉੱਥੇ ਕਿੰਨੇ ਕੇਸ ਬਣਨਗੇ, 2 ਦੀ ਘਾਤ n। ਤੇ ਇੱਥੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਜੋ ਕਿਤਾਬ 'ਚ ਆਉਂਦੀ ਆ ਆਪਣੇ, 2 ਸਿੱਕਿਆਂ ਨੂੰ ਉਛਾਲਿਆ ਜਾਵੇ ਇਕੱਠਾ ਜਾਂ ਇੱਕ ਸਿੱਕੇ ਨੂੰ 2 ਵਾਰ ਉਛਾਲਿਆ ਜਾਵੇ। ਗੱਲ ਇੱਕੋ ਹੀ ਹੈ, 3 ਸਿੱਕਿਆਂ ਨੂੰ ਇਕੱਠਾ ਉਛਾਲਿਆ ਜਾਵੇ ਜਾਂ ਇੱਕ ਸਿੱਕੇ ਨੂੰ 3 ਵਾਰ ਉਛਾਲਿਆ ਜਾਵੇ, ਕਨਸੈਪਟ ਸੇਮ ਹੀ ਹੈ। ਹੁਣ ਆਪਾਂ ਜੋ ਗੱਲ ਕਰਨੀ ਹੈ, ਆਪਾਂ ਪਾਸੇ ਦੀ ਲੂਡੋ ਦੇ ਡੀਟੇ ਦੀ ਗੱਲ ਕਰਨੀ ਹੈ, ਜਿਸ ਨਾਲ ਆਪਾਂ ਲੂਡੋ ਖੇਡਦੇ ਹਾਂ, ਡਾਈਸ। ਹੁਣ ਆਪਾਂ ਉਸ ਤੇ ਗੱਲ ਕਰਨੀ ਹੈ ਕਿ ਉਸ ਦੇ ਵਿੱਚ ਕੀ ਕੀ ਕੇਸ ਬਣਦੇ ਆ। ਇੱਕ ਪਾਸੇ ਨੂੰ ਡਾਈਸ ਸੁੱਟਿਆ ਜਾਂਦਾ ਹੈ ਤਾਂ ਜੋ ਸੈਂਪਲ ਸਪੇਸ ਬਣਦੀ ਹੈ, ਸੰਭਾਵਿਤ ਜੋ परिणाम बनते हैं 1 2 3 4 5 ਤੇ 6। ਇੱਕ ਸਭ ਤੋਂ ਇੰਟਰਸਟਿੰਗ ਚੀਜ਼ ਤੁਹਾਨੂੰ ਪਤਾ ਹੈ ਡਾਈਸ ਬਾਰੇ ਕਿ ਅਗਰ ਡਾਈਸ ਦੇ ਇੱਕ ਪਾਸੇ 1 ਹੈ ਤਾਂ ਦੂਜੇ ਪਾਸੇ ਕਿੰਨਾ ਹੋਊਗਾ। ਡਾਈਸ ਦੇ ਇੱਕ ਪਾਸੇ 1 ਹੈ ਤਾਂ ਦੂਸਰੇ ਪਾਸੇ ਕਿੰਨਾ ਹੋਊਗਾ।
ਇੱਕ ਪਾਸੇ ਇੱਕ ਹੈ, ਦੂਜੇ ਪਾਸੇ ਕਿੰਨਾ ਹੁੰਦਾ ਹੈ? ਜੇ ਇੱਕ ਪਾਸੇ 2 ਹੈ, ਦੂਜੇ ਪਾਸੇ ਕਿੰਨਾ ਹੁੰਦਾ ਹੈ? ਤਾਂ ਦੋਸਤੋ ਇਹ ਇੱਕ ਬੜਾ ਇੰਟਰਸਟਿੰਗ ਪੈਟਰਨ ਹੁੰਦਾ ਹੈ। ਦੋਨੋਂ ਸਨਮੁਖ ਪਾਸਿਆਂ ਦਾ ਜੋੜ 7 ਹੁੰਦਾ ਹੈ। ਯੈਸ 7 ਹੁੰਦਾ ਹੈ। ਤਾਂ ਫਿਰ ਕਿਹੜੇ ਕਿਹੜੇ ਹੋ ਗਏ ਦੇਖੋ, 1 + 6, 2 + 5, 3 + 4। ਤਾਂ ਹਮੇਸ਼ਾ 1 ਦੇ ਓਪੋਜ਼ਿਟ 6 ਹੋਊਗਾ, 2 ਦੇ ਓਪੋਜ਼ਿਟ 5 ਹੋਊਗਾ, 3 ਦੇ ਓਪੋਜ਼ਿਟ 4 ਹੋਊਗਾ, ਹਮੇਸ਼ਾ ਹੋ। ਕਿਉਂਕਿ ਜੋ ਚੀਜ਼ ਆਪਣੇ ਇੱਕ ਇੰਟਰਨੈਸ਼ਨਲ ਸਿਸਟਮ ਤੇ ਬਣੀ ਹੋਈ ਹੈ, ਕੋਈ ਖੇਡ ਬਣੀ ਹੋਈ ਹੈ, ਹਰੇਕ ਦੀ ਕੋਈ ਨਾ ਕੋਈ ਸਟੈਂਡਰਡ ਮੈਜ਼ਰਮੈਂਟ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਜੋ ਦਿਲ ਕੀਤਾ ਆਪਾਂ ਉਹਨੂੰ ਬਣਾ ਸਕਦੇ ਹਾਂ, ਨਹੀਂ। ਤਾਂ ਹੁਣ ਇਹਦੇ ਵਿੱਚ ਹੋ ਗਿਆ ਇੱਕ ਪਾਸੇ ਦੀ ਗੱਲ। ਤਾਂ ਕੁਐਸਚਨ ਇਹ ਉੱਠਦਾ ਹੈ, ਜਦੋਂ 2 ਪਾਸੇ ਇਕੱਠੇ ਸੁੱਟੇ ਜਾਂਦੇ ਹਨ ਜਾਂ ਇੱਕ ਪਾਸੇ ਨੂੰ 2 ਵਾਰ ਸੁੱਟਿਆ ਜਾਂਦਾ ਹੈ ਜਾਂ ਉਛਾਲਿਆ ਜਾਂਦਾ ਹੈ, ਤਾਂ ਇਹਦੇ ਕੇਸ ਕਿੰਨੇ ਬਣਨਗੇ? ਤਾਂ ਦੇਖੋ ਧਿਆਨ ਨਾਲ, ਅਗਰ ਇੱਕ ਪਾਸੇ ਦੀ ਗੱਲ ਕਰਾਂ, ਇੱਕ ਪਾਸੇ ਦੇ ਕੇਸ ਬਣਨਗੇ 6 ਹੈ ਨਾ, ਤੇ 2 ਦੇ ਲਈ ਹਰੇਕ ਦੇ ਅੱਗੇ 6 ਬਣਨਗੇ, ਹਰੇਕ ਦੇ ਅੱਗੇ। ਮਤਲਬ ਮੇਰੇ ਕੋਲ 2 ਪਾਸੇ ਨੇ, ਮੈਂ ਸਿੱਟੇ, ਅਗਰ ਇੱਧਰ 1 ਆ ਗਿਆ ਤਾਂ ਇੱਧਰ 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ, 4 ਵੀ ਆ ਸਕਦਾ, 5 ਵੀ ਆ ਸਕਦਾ, 6 ਵੀ ਆ ਸਕਦਾ। ਸਿੱਟੇ ਇੱਧਰ 2 ਆ ਗਿਆ, ਇੱਧਰ 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ, 4 ਵੀ ਆ ਸਕਦਾ, 5 ਵੀ ਆ ਸਕਦਾ, 6 ਵੀ, ਜਿਵੇਂ ਆਪਾਂ ਕੋਇਨ ਦੀ ਗੱਲ ਕੀਤੀ ਸੀ। ਤਾਂ ਫਿਰ ਕੇਸ ਕੀ ਬਣਨਗੇ ਦੇਖੋ, ਪਹਿਲੇ ਤੇ 1 ਦੂਜੇ ਤੇ 1, ਪਹਿਲੇ ਤੇ 1 ਦੂਸਰੇ ਤੇ 2, 1 3, 1 4, 1 5, 1 6, 2 1, 2 2, 2 3, 2 4, 2 5, 2 6, 3 1, 3 2, 3 3, 3 4, 3 5, 3 6, 4 1, 4 2, 4 3, 4 4, 4 5, 4 6, 5 1, 5 2, 5 3, 5 4, 5 5, 5 6, 6 1, 6 2, 6 3, 6 4, 6 5। ਤਾਂ ਟੋਟਲ ਆਪਣੇ ਕੋਲੇ 36 ਕੇਸ ਬਣਨਗੇ ਦੇ, 36 ਹੈ ਨਾ। ਤੇ ਉੱਥੇ ਕਿੰਨੇ ਸੀ? 6 ਸੀ। ਉੱਥੇ ਕਿੰਨੇ ਸੀ? 6 ਸੀ। ਤਾਂ ਜਿਵੇਂ ਸਿੱਕਿਆਂ ਦੇ ਵਿੱਚ ਆਪਣੇ ਕੋਲ ਫਾਰਮੂਲਾ ਇੱਥੇ ਵੀ ਹੈ, ਅਗਰ ਇੱਕ ਪਾਸਾ ਹੈ ਤਾਂ 6 ਦੀ ਘਾਤ 1 6, ਅਗਰ 2 ਪਾਸੇ ਹੈ ਤਾਂ 6 ਦੀ ਘਾਤ 2 36। ਤੇ ਅਗਰ ਮੈਂ ਕਹਾਂ 3 ਪਾਸੇ ਉਛਾਲੇ ਜਾਂਦੇ ਹੈ ਜਾਂ ਇੱਕ ਪਾਸੇ ਨੂੰ 3 ਵਾਰ ਉਛਾਲਿਆ ਜਾਂਦਾ ਹੈ, 6 ਦੀ ਘਾਤ 3, 6 6 ਕੇ 36, 6 ਕਾ 216। ਤਾਂ ਇਸੇ ਤਰੀਕੇ ਨਾਲ 4 ਪਾਸਿਆਂ ਤੇ 6 ਦੀ ਘਾਤ 4, 1256। ਤਾਂ ਆਪਾਂ ਕਿੰਨੇ ਮਰਜ਼ੀ ਕੇਸ ਇੱਥੇ ਬਣਾ ਸਕਦੇ ਹਾਂ। ਇਹ ਇਹਦਾ ਇੱਕ ਸਟੈਂਡਰਡ ਰਿਜ਼ਲਟ ਹੈ। ਇੱਕ ਇਹਦੇ ਵਿੱਚ ਬੜਾ ਹੋਰ ਇੱਕ ਇੰਟਰਸਟਿੰਗ ਪੈਟਰਨ ਹੈ, ਜੋ ਸਭ ਤੋਂ ਇੰਪੋਰਟੈਂਟ ਚੀਜ਼ ਇਸ ਦੀ ਹੈ। ਆਹ 2 ਪਾਸਿਆਂ ਦਾ ਜੋੜ ਦੇਖੋ, 1 ਤੇ 1, ਮੈਂ ਜੋੜ ਦੀ ਗੱਲ ਕਰ ਰਿਹਾ, ਦੋਹਾਂ ਪਾਸਿਆਂ ਦਾ 2, 1 ਤੇ 2 3, 1 ਤੇ 3 4, 5 6 7 8 9 10 11 12। ਕਿਉਂਕਿ ਆਪਣੇ ਕੋਲੇ ਜੋ ਕੁਐਸਚਨਸ ਆਉਂਦੇ ਆ, ਜੋੜ ਦੇ ਕੁਐਸਚਨਸ ਆਉਂਦੇ ਆ ਪੇਪਰ 'ਚ, ਕਿਤਾਬ ਤੁਹਾਡੇ ਕੋਲ ਹੈਗੇ ਨੇ। ਹੁਣ ਜੋ ਆਪਾਂ ਗੱਲ ਕਰਨੀ ਹੈ, ਆਪਾਂ ਇੱਕ ਜੋੜ ਦੀ ਗੱਲ ਕਰਨੀ ਹੈ ਕਿ ਦੋਹਾਂ ਪਾਸਿਆਂ ਦਾ ਜੋੜ। ਕਿਉਂਕਿ ਕੁਐਸਚਨ ਜੋ ਆਉਂਦੇ ਨੇ ਆਪਣੇ ਕੋਲੇ ਆਉਂਦੇ ਨੇ, 2 ਪਾਸੇ ਸਿੱਟੇ ਜਾਂਦੇ ਹਨ ਜਾਂ ਇੱਕ ਪਾਸੇ ਨੂੰ 2 ਵਾਰ ਉਛਾਲਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ ਦੋਹਾਂ ਪਾਸਿਆਂ ਦਾ ਜੋੜ 8 9 10 5 ਹੋਵੇ। ਤਾਂ ਕਿੱਥੇ ਤਾਂ ਆਪਾਂ ਨੂੰ ਦੇਖੋ ਕੱਲਾ ਕੱਲਾ ਲੱਭਣਾ ਪਊਗਾ, ਕਿੱਥੇ ਤੇ ਇੱਕ ਬੜਾ ਵਧੀਆ ਪੈਟਰਨ ਹੈ, ਉਹ ਦੇਖੋ 2 ਨਾਲ ਹੀ ਆ ਰਿਹਾ, 3 ਆ ਰਿਹਾ ਹੈ ਨਾ, ਟੇਢੇ ਵਿਕਰਨ ਰੂਪ 'ਚ ਪਏ ਨੇ ਸਾਰੇ, 3 ਸਿਰਫ ਇੱਥੇ ਹੋਰ ਕਿਤੇ ਨਹੀਂ ਹੈਗਾ। 4 ਆ ਰਿਹਾ, 1 ਮਿਲ ਗਿਆ, ਬਾਕੀ 4 ਇੱਧਰ ਪਏ ਨੇ, ਹੋਰ ਕਿਤੇ ਲੱਭਣ ਦੀ ਜ਼ਰੂਰਤ ਨਹੀਂ ਹੈਗੀ। ਮਤਲਬ 1 ਨੂੰ ਲੱਭ ਲਓ, ਬਾਕੀ ਤੁਹਾਨੂੰ ਉਹਦੇ ਟੇਢੇ ਵਿਕਰਨ ਰੂਪ 'ਚ ਮਿਲਣਗੇ। ਆ ਰਿਹਾ 5, ਆ ਦੇਖੋ, ਠੀਕ, 6 6 6
6 6 7 ਟੇਢਾ ਫਿਰ ਟੇਢਾ ਫਿਰ ਟੇਢਾ ਫਿਰ ਟੇਢਾ ਫਿਰ ਟੇਢਾ 8 8 8 8 8 9 9 9 9 10 10 10 11 11 ਤੇ 12 ਤਾਂ ਇਸ ਅਕੋਰਡਿੰਗ ਆਪਾਂ ਨੂੰ ਇੱਕ ਲੱਭਣ ਦੀ ਜ਼ਰੂਰਤ ਹੈ। ਬਾਕੀ ਸਾਰੇ ਜੋ ਆਪਣੇ ਕੋਲੇ ਪਏ ਨੇ ਉਹ ਡਾਇਗਨਲ ਰੂਪ ਦੇ ਵਿੱਚ ਪਏ ਨੇ, ਜਿਹਦੇ ਨਾਲ ਕੁਐਸਚਨ ਆਪਣਾ ਬੜਾ ਸੌਖਾ ਬਣ ਜਾਂਦਾ ਹੈ। ਤੇ ਅਗਲੀ ਇੱਕ ਟਰਮ ਹੈ ਇੱਥੇ ਹੋਰ ਜੋੜੇ ਦੀ, ਜੋ ਆਪਣੇ ਕੰਪੀਟੀਟਿਵ ਐਗਜ਼ਾਮ NTSC ਵਗੈਰਾ ਵਾਸਤੇ ਆਉਂਦੇ ਨੇ। ਜੋੜੇ ਨੂੰ ਬੋਲਦੇ ਨੇ ਡਬਲੈਟਸ ਜਾਂ ਟਵਿਨਸ। ਕਿਹੜੇ ਕਿਹੜੇ ਡਬਲੈਟਸ ਨੇ? ਜਿਹੜੇ ਦੋ ਪਾਸੇ ਤੇ ਸੰਖਿਆ ਸੇਮ ਹੈ। ਕਿਹੜੇ ਹੈ? 1 1 2 2 3 3 4 4 5 5 6 6। ਤਾਂ ਫਿਰ ਡਬਲੈਟਸ ਕਿਹੜੇ ਕਿਹੜੇ ਹੋ ਗਏ? ਦੇਖੋ 1 1 2 2 3 3 4 4 5 5 ਤੇ 6। ਇਹ ਸੀ ਦੋ ਡਾਈਸ, ਦੋ ਸਿੱਕਿਆਂ ਬਾਰੇ ਜਾਣਕਾਰੀ, ਜਿਸ ਤੇ ਆਪਾਂ ਇਕਾਈ ਦੇ ਵਿੱਚ ਚਰਚਾ ਕਰਾਂਗੇ। ਨਾਲ ਆਪਾਂ ਫਾਰਮੂਲਿਆਂ ਦੀ ਗੱਲ ਕੀਤੀ ਹੈ। ਇੱਕ ਸਭ ਤੋਂ ਇੰਪੋਰਟੈਂਟ ਜੋ ਟੌਪਿਕ ਹੈ ਆਪਣੇ ਕੋਲੇ ਤਾਸ਼ ਬਾਰੇ। ਤਾਸ਼ ਬਾਰੇ ਹੁਣ ਟੋਟਲ ਤਾਸ਼ ਦੇ ਵਿੱਚ ਕਿੰਨੇ ਪੱਤੇ ਹੁੰਦੇ ਨੇ? 52 ਪੱਤੇ ਹੁੰਦੇ ਨੇ, ਹੈ ਨਾ। ਤਾਸ਼ ਬਾਰੇ ਆਪਾਂ ਥੋੜੀ ਇਨਫੋਰਮੇਸ਼ਨ ਲੈਂਦੇ ਹਾਂ। 52 ਦੇ ਵਿੱਚ 26 ਕਾਲੇ, 26 ਲਾਲ ਹੁੰਦੇ ਨੇ। ਕਾਲਿਆਂ ਦੇ ਵਿੱਚ 13 ਚਿੜੀ, 13 ਹੁਕਮ। ਆਹ ਚਿੜੀ ਦਾ ਨਿਸ਼ਾਨ ਹੁੰਦਾ, ਆਹ ਹੁਕਮ ਦਾ। ਤੇ ਲਾਲ ਦੇ ਵਿੱਚ 13 ਇੱਟ, 13 ਪਾਨ ਹੁੰਦਾ। ਹਰੇਕ 13 ਦੇ ਵਿੱਚ A 2 3 4 5 6 7 8 9 10 J Q ਤੇ K 13 13 ਪੱਤੇ ਹੁੰਦੇ ਨੇ। 13 13। A ਨੂੰ ਬੋਲਦੇ ਨੇ ਇੱਕਾ ਜਾਂ ਯੱਕਾ। J ਹੁੰਦਾ ਗੁਲਾਮ, Q ਹੁੰਦੀ ਹੈ ਬੇਗਮ, K ਕਿੰਗ ਬਾਦਸ਼ਾਹ। ਤਾਂ 13 ਇੱਥੇ, 13 ਇੱਥੇ, 13 ਇੱਥੇ, 13 ਇੱਥੇ। ਹੁਣ ਆਪਣੇ ਕੋਲ ਦੋ ਤਿੰਨ ਟਰਮਸ ਨੇ। ਸਭ ਤੋਂ ਇੰਪੋਰਟੈਂਟ ਹੁੰਦੀ ਹੈ ਚਿੱਤਰ ਪੱਤਾ, ਜਿਸ ਤੇ ਫੋਟੋ ਹੁੰਦੀ ਹੈ। ਕਿਸ ਕਿਸ ਤੇ ਫੋਟੋ ਹੈ? J ਤੇ, Q ਤੇ, Q ਤੇ। 3 ਇੱਥੇ ਹੈ, 3 ਇੱਥੇ ਹੈ, 3 ਇੱਥੇ ਹੈ, 3 ਇੱਥੇ ਹੈ। ਤਾਂ ਟੋਟਲ ਇਹ 12 ਪੱਤੇ ਹੁੰਦੇ ਨੇ। 4 J ਦੇ, 4 Q ਦੇ, 4 K ਦੇ। ਤਾਂ ਇਹ ਹੈ ਦੋਸਤੋ ਆਪਣੀ ਸੰਭਾਵਨਾ ਦੀ ਜਾਣਕਾਰੀ, ਜਾਂ ਜੋ ਜੋ ਚੀਜ਼ ਦੀ ਆਪਾਂ ਨੂੰ ਜ਼ਰੂਰਤ ਪੈਣੀ ਹੈ ਉਹਦੀ ਕਿਤੇ ਨਾ ਕਿਤੇ ਥੋੜੀ ਜਿਹੀ ਇਨਫੋਰਮੇਸ਼ਨ। ਥੈਂਕ ਯੂ।